ਅੱਜ ਦੇ ਦੌਰ ਵਿੱਚ ਜੋ ਹੈ ਉਹ ਕੈਨੇਡਾ ਵਿੱਚ ਬੈਸਟ ਹੈ ਤੁਹਾਨੂੰ, ਠੀਕ ਹੈ। यूके एंड ਆਸਟ੍ਰੇਲੀਆ 'ਚ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ 7-8 ਸਾਲ ਲੱਗ ਜਾਂਦੇ ਨੇ ਪੀਆਰ ਲੈਂਦੇ ਲੈਂਦੇ, ਬਹੁਤ ਸਾਰੀ ਉਹਨਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਨੇ, ਪਾਲਿਸੀਜ਼ ਹੁੰਦੀਆਂ ਨੇ, ਉਹਨਾਂ ਨੂੰ ਫੁੱਲਫਿਲ ਕਰਦੇ ਕਰਦੇ ਹੀ ਟਾਈਮ ਲੱਗ ਜਾਂਦਾ ਆ। ਸੋ ਕੈਨੇਡਾ ਜੇ ਆਪਾਂ ਬਜਟ ਦੀ ਗੱਲ ਕਰੀਏ ਤਾਂ ਬਜਟ ਦੇ ਵਾਈਜ਼ ਵੀ ਕੈਨੇਡਾ ਬਹੁਤ ਵਧੀਆ ਆ। ਤੇ ਉਸ ਤੋਂ ਇਲਾਵਾ ਕੱਲ ਨੂੰ ਆਪਾਂ ਨੇ ਪੱਕੇ ਹੋਣਾ ਆ, ਕਿਉਂਕਿ ਹਰ ਕੋਈ ਇੰਨਾ ਪੈਸਾ ਲਾ ਕੇ ਜੇ ਜਾ ਰਿਹਾ ਹੈ ਕੈਨੇਡਾ ਪੱਕੇ ਹੋਣ ਲਈ ਜਾ ਰਿਹਾ, ਤਾਂ ਪੱਕੇ ਹੋਣ ਲਈ ਵੀ ਜੋ ਬੈਸਟ ਆਪਸ਼ਨ ਹੈ ਉਹ ਕੈਨੇਡਾ ਹੈ ਅੱਜ ਦੀ ਡੇਟ ਵਿੱਚ। बिल्कुल, तो यही एक कारण मन्निया जाता है कि लोग कैनेडा ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਮੈਡਮ ਇੱਕ ਸਵਾਲ ਹੋਰ ਹੈ, ਲੋਕ ਐਸਡੀਐਸ ਤੇ ਨੋਨ ਐਸਡੀਐਸ ਦੇ ਵਿੱਚ ਬੜਾ ਜ਼ਿਆਦਾ ਕਨਫਿਊਜ਼ ਹੁੰਦੇ ਨੇ ਕਿ ਇਹ ਵੀ ਚਾਹਾਂਗੇ ਕਿ ਦਰਸ਼ਕਾਂ ਨੂੰ ਪਹਿਲਾਂ ਦੱਸਿਆ ਜਾਵੇ ਕਿ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। देखो डिफरेंस यही आ कि जे अगर एसडीएस की गल करते हो तो वो अंदर एक ही चीज़ देखी जाती है कि थोड़े जोड़े बैंड्स ने, जेकर तुसी +2 लैवल ते अप्लाई कर रहे हो या ग्रैजुएशन लैवल ते अप्लाई कर रहे हो तो नॉट लैस दैन 6 ते ओवरऑल 6.5 साढ़े कोल होना चाहिए। एक साल की फीस पे तुसी करो तो GIC पे करो तो तुसी एसडीएस कैटेगरी के अंदर अपनी फाइल ला सकते हो तो पा सकते हो अपनी फाइल। जी बिल्कुल, तो बहुत सारे लोग ਜਿਹੜੇ ਨੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਤਾਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਾਂਗੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਸਵਾਲ ਵੀ ਤੁਸੀਂ ਸਾਨੂੰ ਪੁੱਛ ਸਕਦੇ ਹੋ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ। ਐਕਸਪਰਟ ਸਾਡੇ ਨਾਲ ਹਾਜ਼ਰ ਨੇ, ਜੋ ਵੀ ਤੁਹਾਨੂੰ ਇਸ ਵੇਲੇ ਮੁਸ਼ਕਿਲਾਂ ਆ ਰਹੀਆਂ ਨੇ ਬਾਹਰ ਜਾਣ ਦੇ ਲਈ ਤਾਂ ਉਹ ਸਾਰੇ ਸਵਾਲਾਂ ਦੇ ਤੁਹਾਡੇ ਅਸੀਂ ਜਵਾਬ ਵੀ ਦਵਾਂਗੇ। ਇੱਕ ਬੇਨਤੀ ਜ਼ਰੂਰ ਹੈ, ਜਦੋਂ ਵੀ ਸਾਨੂੰ ਫੋਨ ਕਰੋ ਤੁਸੀਂ ਤਾਂ ਆਪਣੇ ਟੀਵੀ ਦੀ ਆਵਾਜ਼ ਜ਼ਰੂਰ ਘੱਟ ਕਰ ਲੈਣਾ। ਤੁਸੀਂ ਆਪਣੇ ਟੀਵੀ ਦੀ ਆਵਾਜ਼ ਘੱਟ ਕਰਕੇ ਸਿੱਧਾ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਡਿੰਪਲ ਮੈਡਮ ਜੀ ਇੱਕ ਸਵਾਲ ਹੋਰ ਪੁੱਛਾਂਗੇ, ਕਿਉਂਕਿ ਕਈ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਨੇ ਜਦੋਂ ਉਹ ਅਪਲਾਈ ਕਰਦੇ ਨੇ ਤਾਂ ਉਸ ਤੋਂ ਬਾਅਦ ਇੱਕ ਗੈਪ ਆ ਜਾਂਦਾ ਹੈ, ਜਦੋਂ ਉਹਨਾਂ ਦੇ ਬੈਂਡ ਆ ਜਾਂਦੇ ਨੇ, ਐਲੀਜੀਬਿਲਟੀ ਉਹਨਾਂ ਦੀ ਬਣ ਜਾਂਦੀ ਹੈ, ਪਰ ਉਸ ਤੋਂ ਬਾਅਦ ਇੱਕ ਗੈਪ ਆ ਜਾਂਦਾ ਹੈ, ਤਾਂ ਗੈਪ ਦਾ ਸੋਲੂਸ਼ਨ ਕਿਸ ਤਰ੍ਹਾਂ ਹੁੰਦਾ ਹੈ? देखो जो +2 ਦੇ ਸਟੂਡੈਂਟਸ ਨੇ ਕੈਨੇਡਾ, ਅਗਰ 1-1.5 ਸਾਲ ਦਾ ਗੈਪ ਹੈ ਤਾਂ ਇੰਨਾ ਪ੍ਰੋਬਲਮ ਨਹੀਂ ਹੈਗੀ, ਇੰਨਾ ਕੋਈ ਇਸ਼ੂ ਨਹੀਂ ਹੈਗਾ। ਅਗਰ 1 ਸਾਲ ਤੱਕ ਦਾ ਗੈਪ ਹੈ, 1.5 ਸਾਲ ਤੱਕ ਦਾ ਹੈ ਤਾਂ ਬਿਨਾਂ ਆਪਾਂ ਕੋਈ ਜਸਟੀਫਿਕੇਸ਼ਨ ਦੇ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਜੋ ਨੈਕਸਟ ਕਾਲਜਸ ਤੇ ਆਪਾਂ ਨੇ ਅਪਲਾਈ ਕਰਨਾ ਆ, ਠੀਕ ਹੈ। ਕਿਉਂਕਿ ਹੁਣ ਜਿਹੜੇ ਸਟੂਡੈਂਟਸ ਨੇ ਜੋ +2 ਦੇ ਐਗਜ਼ਾਮ ਦੇ ਕੇ ਹਟੇ ਨੇ ਉਹ ਜੈਨ ਇਨਟੇਕ ਵਿੱਚ ਅਪਲਾਈ ਕਰਨਗੇ, ਤਾਂ ਹੁਣ ਜਦ ਰਿਜ਼ਲਟ ਆਊਗਾ ਇੱਥੋਂ ਲੈ ਕੇ ਜੈਨ ਇਨਟੇਕ ਲਈ ਓਬਵੀਅਸਲੀ ਥੋੜਾ ਬਹੁਤ 3-4 ਮਹੀਨੇ ਦਾ ਉਹਨਾਂ ਦਾ ਗੈਪ ਆ ਜਾਊਗਾ, ਤਾਂ ਉਹ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਬਹੁਤ ਜ਼ਿਆਦਾ ਅਗਰ ਲੰਬਾ ਗੈਪ ਹੈ ਤਾਂ ਉਹਦੇ ਲਈ ਕਿਹੜੀਆਂ ਚੀਜ਼ਾਂ ਵਾਜਿਬ ਨੇ, ਕਿਹੜੀਆਂ ਚੀਜ਼ਾਂ ਵਾਜਿਬ ਨਹੀਂ ਹੈਗੀਆਂ, ਕੀ ਆਪਾਂ ਸ਼ੋਅ ਕਰ ਸਕਦੇ ਹਾਂ ਆਪਣੀ ਫਾਈਲ ਦੇ ਵਿੱਚ, ਕੀ ਨਹੀਂ ਸ਼ੋਅ ਕਰ ਸਕਦੇ, ਉਹ ਸਾਰੀਆਂ ਚੀਜ਼ਾਂ ਬਰੀਕੀ ਨਾਲ ਸਮਝਣ ਲਈ ਤੁਹਾਨੂੰ ਸਾਡੇ ਆਫਿਸ ਵਿਜ਼ਿਟ ਕਰਨਾ ਪਊਗਾ, ਠੀਕ ਹੈ। ਤੁਸੀਂ ਵਿਜ਼ਿਟ ਕਰੋ, ਆਪਣਾ ਪ੍ਰੋਫਾਈਲ ਲੈ ਕੇ ਆਓ, ਡਾਕੂਮੈਂਟਸ ਲੈ ਕੇ ਆਓ, ਤਾਂ ਅਸੀਂ ਤੁਹਾਨੂੰ ਡਿਟੇਲ ਵਿੱਚ ਉਦੋਂ ਹੀ ਸਾਂਝਾ ਕਰਾਂਗੇ। ਜੀ ਬਿਲਕੁਲ, ਤਾਂ ਇਸ ਵਿਚਾਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਕਾਲਰ ਲੈ ਲਈ ਆਪਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਤੇ। ਕੀ ਨਾਮ ਹੈ ਜੀ ਤੁਹਾਡਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਤਾਂ ਲੱਗਦਾ ਸੰਪਰਕ ਟੁੱਟ ਗਿਆ, ਤਾਂ ਕੋਈ ਗੱਲ ਨਹੀਂ, ਕੋਸ਼ਿਸ਼ ਕਰਾਂਗੇ ਹੋਰ ਵੀ ਕਾਲਰ ਜਿਹੜੇ ਸਾਡੇ ਨਾਲ ਜੁੜਨਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਅਤੇ ਇੱਕ ਇਹ ਵੀ ਅੰਜਲੀ ਮੈਡਮ ਜੀ ਇੱਕ ਇਹ ਵੀ ਗੱਲ ਕਰਾਂਗੇ, ਲੋ ਬਜਟ ਦੇ ਵਿੱਚ ਕਿਵੇਂ ਪਹੁੰਚ ਸਕਦੇ ਨੇ, ਕਿਉਂਕਿ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਨੇ, ਫਾਈਨੈਂਸ਼ੀਅਲੀ ਇਸ਼ੂ ਬਹੁਤ ਬਣਦਾ ਹੈ। ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਕੋਲੇ ਪੈਸਾ ਨਹੀਂ ਹੁੰਦਾ, ਬਜਟ ਬਹੁਤ ਘੱਟ ਹੁੰਦਾ ਹੈ ਕਿ ਜਾਣਾ ਚਾਹੁੰਦੇ ਨੇ ਕੈਨੇਡਾ ਪਰ ਪੈਸਾ ਨਹੀਂ ਉਹਨਾਂ ਹੁੰਦਾ, ਤਾਂ ਉਹਨਾਂ ਦੇ ਲਈ ਕੀ ਸੋਲੂਸ਼ਨ ਹੈ? देखो अगर आप गल करिए नॉर्मली जो कैनेडा नू हिट कर रहे हो अजकल के दौर के पंजाबी ने सारे, ठीक है। तो पंजाबियों के अंदर अगर आप गल करिए किसी के घरे 25 लाख रुपया नहीं पिया, ठीक है, उन्होंने अंदर एक ही एम है कि असी जाना है तो असी सपोर्ट करना है स्टडी वीज़ा के थ्रू, ठीक है। तो उन्होंने असी एक ही राय देवांगे कि जे तुसी चाहते हो कि लो बजट मिले तो थोनों किते ना किते किसी एक चीज़ नाल कॉम्प्रोमाइज़ करना पैना है। जे आप गल करिए लो बजट की तो तुसी एक अच्छा जे रीजनल एरिया लै रहे हो उत्थे तुहानूं एक अच्छी यूनिवर्सिटी और कॉलेज मिल रहा है तो वो डेफिनेटली थोनों सपोर्ट करेगा थोड़े वीज़ा सक्सैस रेट के अंदर। हाँ, लो बजट वालियां कोल मैं इत्थे कुछ ऐड करना चाहांगी। लो बजट वालियां कोल 2 ऑप्शन ने, या तो यह जिहा कंसलटेंट फड़न वो बच्चा कि मेरा बजट घट है तो मैं हुण कित्थे जावां, तो मोस्टली जो कंसलटेंट्स ने वो कहणगे प्राइवेट कॉलेज विच जाओ, ठीक है, ट्यूशन फीस ना डिपॉजिट कराओ, GIC ना भराओ, है ना। तो इदां दे ऑप्शंस बच्चा नॉन SDS फाइल वाल तुर पैंदा आ। तो लो बजट विच ही रीजनल एरिया हो गया, न्यूफनलैंड हो गया, केप ब्रिटन यूनिवर्सिटी नोवा स्कॉशिया दे विच, ठीक है। तुसी इदां दे ऑप्शंस लै सकदे हो जेड़े कि रीजनल एरिया च ने बट स्टिल जो है रैंकिंग अच्छी है उन्होंने यूनिवर्सिटीज़ की, उन्होंने कॉलेजेस की, तुसी उन्होंने टारगेट करो, चाहे थोड़ा लो बजट है, प्रिंस एडवर्ड आइलैंड हो गया बट उसकी सक्सैस रेट अच्छी है। बिल्कुल, तो अगले दर्शक भी साडे नाल जुड़ चुके हैं। सत श्री अकाल जी, स्वागत है लिविंग इंडिया न्यूज़ ते। की नाम है जी तुहाडा, किहड़ी जगह तो बोल रहे हो? आवाज सुन पा रहे हो जी मेरी? हाँ जी सर मैं मनप्रीत बोल रही फतेहगढ़ साहब तो जी। मनप्रीत की सवाल है तुहाडा? सर एक्चुअली मेरी 2018 ਵਿੱਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਸੀ
ਜੀ ਉਸ ਤੋਂ ਬਾਅਦ ਮਤਲਬ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਤੇ ਹੁਣ ਮੇਰੇ ਕੋਲ 4 ਸਾਲ ਦਾ ਗੈਪ ਹੈ ਤੇ ਮੇਰੇ ਕੋਲ ਓਵਰਆਲ 6 ਬੈਂਡਸ ਹੈ ਮਤਲਬ ਵੀਜ਼ੇ ਦਾ ਪੁੱਛਣਾ ਸੀ। ਜੀ ਬਿਲਕੁਲ ਤਾਂ ਮੈਡਮ 6 ਬੈਂਡ ਨੇ ਉਹਨਾਂ ਕੋਲ ਤੇ ਗੈਪ 4 ਸਾਲਾਂ ਦਾ ਹੈ। ਗ੍ਰੈਜੂਏਸ਼ਨ ਕਾਦੇ ਵਿੱਚ ਕੀਤੀ ਹੋਈ ਹੈ ਤੁਸੀਂ? ਜੀ ਗ੍ਰੈਜੂਏਸ਼ਨ ਕਾਦੇ ਚ ਕੀਤੀ ਹੈ ਤੁਸੀਂ? ਬੀਟੈਕ ਕੰਪਿਊਟਰ ਇੰਜੀਨੀਅਰਿੰਗ। ਜੀ ਠੀਕ ਹੈ, ਤੇ ਓਵਰਆਲ 6 ਬੈਂਡਸ ਲਏ ਨੇ ਤੁਸੀਂ, ਹੈ ਨਾ? ਹਾਂਜੀ ਸਰ। ਜੀ ਠੀਕ ਚਲੋ ਹੈ। ਬਹੁਤ ਬਹੁਤ ਸ਼ੁਕਰੀਆ ਸਵਾਲ ਕਰਨ ਦੇ ਲਈ। ਤਾਂ ਤੁਹਾਡਾ ਜਵਾਬ ਤੁਹਾਨੂੰ ਟੀਵੀ ਸਕਰੀਨ ਤੇ ਮਿਲ ਜਾਏਗਾ। ਜੀ ਦੇਖੋ, ਅਗਰ ਆਪਾਂ ਓਵਰਆਲ 6 ਬੈਂਡ ਨੇ, ਅਗਰ ਆਪਾਂ ਮਾਸਟਰ ਕੋਰਸ ਲਈ ਜਾਂ ਪੀਜੀ ਡਿਪਲੋਮਾ ਲਈ ਅੱਗੇ ਟਾਰਗੇਟ ਕਰਨਾ ਹੈ ਤਾਂ ਗੈਪ ਜ਼ਿਆਦਾ ਵੱਡਾ ਇਸ਼ੂ ਨਹੀਂ ਹੈ, ਬਟ 6 ਈਚ ਕਿਤੇ ਨਾ ਕਿਤੇ ਥੋੜਾ ਜਿਹਾ ਇਸ਼ੂ ਬਣ ਸਕਦੇ ਨੇ। ਤਾਂ ਤੁਸੀਂ 6 ਈਚ ਤੇ ਬਹੁਤ ਸਾਰੇ ਵਧੀਆ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਉੱਥੇ ਆਫਰ ਤੁਹਾਡਾ ਅਪਲਾਈ ਹੋ ਜਾਊਗਾ। ਬਟ ਅਸੀਂ ਤੁਹਾਨੂੰ ਇਹ ਸੁਜੈਸ਼ਨ ਦਵਾਂਗੇ ਕਿ ਥੋੜਾ ਜਿਹਾ ਬੈਂਡ ਸਕੋਰ ਨੂੰ ਜੇ ਵਧਾਓਗੇ ਤਾਂ ਤੁਹਾਡੇ ਜਿਹੜੇ ਹੈਗੇ ਨੇ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਵਧੀਆ ਹੋ ਜਾਣਗੇ। ਰੀਜਨਲ ਏਰੀਆ ਵਿੱਚ ਸਕਸੈਸ ਰੇਟ ਇਸ ਬੈਂਡ ਸਕੋਰ ਤੇ ਵੀ ਹੈਗਾ ਆ, ਬਟ ਅਗਰ ਆਪਾਂ ਨੇ ਅੱਛੀ ਲੋਕੇਸ਼ਨ ਲੈਣੀ ਹੈ, ਟੋਰਾਂਟੋ, ਵੈਂਕੂਵਰ, ਬਰੈਂਪਟਨ ਹੋ ਗਿਆ, ਸਰੀ ਹੋ ਗਿਆ, ਉਧਰ ਹੀ ਲੋਕੇਸ਼ਨ ਲੈਣੀ ਹੈ, ਤਾਂ ਬੈਂਡ ਸਕੋਰ ਨੂੰ ਥੋੜਾ ਜਿਹਾ 0.5 ਵਧਾਉਣਾ ਪਊਗਾ ਤੁਹਾਨੂੰ। ਠੀਕ ਹੈ, ਗੈਪ ਜਸਟੀਫਿਕੇਸ਼ਨ ਕਿਵੇਂ ਹੋਊਗੀ ਉਹ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ, ਆਪਾਂ ਤੁਹਾਨੂੰ ਡਿਟੇਲ ਵਿੱਚ ਸਮਝਾਵਾਂਗੇ। ਬਿਲਕੁਲ, ਤਾਂ ਤੁਸੀਂ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਸਪੀਅਰ ਹੈਡ ਇੰਟਰਨੈਸ਼ਨਲ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਵੀ ਅਸੀਂ ਦਿਖਾ ਰਹੇ ਹਾਂ। ਇੱਕ ਸਵਾਲ ਹੋਰ ਹੈ ਮੈਡਮ, ਦੇਖੋ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਜਦੋਂ ਉਹਨਾਂ ਦੀ ਰਿਜੈਕਸ਼ਨ ਲੱਗ ਜਾਂਦੀ ਹੈ ਤਾਂ ਰਿਜੈਕਸ਼ਨ ਤੋਂ ਬਾਅਦ ਕੀ ਸੋਲੂਸ਼ਨ ਕੀ ਹੁੰਦਾ ਉਹਨਾਂ ਦਾ? ਕਿਉਂਕਿ ਕਈ ਸਟੂਡੈਂਟ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੋ ਵਾਰ-ਵਾਰ ਅਪਲਾਈ ਕਰਦੇ ਨੇ, ਵਾਰ-ਵਾਰ ਉਹਨਾਂ ਦੀ ਰਿਜੈਕਸ਼ਨ ਲੱਗ ਜਾਂਦੀ ਹੈ, ਤੇ ਫਿਰ ਉਹਨਾਂ ਦੇ ਲਈ ਕੀ ਸੋਲੂਸ਼ਨ ਹੈ? ਦੇਖੋ, ਉਹਨਾਂ ਲਈ ਇੱਕ ਹੀ ਸੁਜੈਸ਼ਨ ਹੈ ਸਾਡੀ ਤਰਫ ਤੋਂ। ਮਤਲਬ ਅਸੀਂ ਹਮੇਸ਼ਾ ਕੰਸਲਟ ਕਰਦੇ ਹਾਂ, ਜਿਹੜਾ ਵੀ ਕੋਈ ਰਿਜੈਕਸ਼ਨ ਕੇਸ ਆਂਦਾ ਹੈ ਅਸੀਂ ਅੰਨੇ ਤੋਂ ਦਬਾਅ ਹੋ ਕੇ ਉਹਨਾਂ ਨੂੰ ਨਹੀਂ ਕਹਿੰਦੇ ਆਜੋ ਜੀ ਲੱਗ ਜੂਗੀ ਫਾਈਲ, ਲੱਗ ਜੂਗੀ। ਸਾਡਾ ਫਰਸਟ ਪ੍ਰੋਸੀਜਰ ਇਹੀ ਰਹਿੰਦਾ ਹੈ ਕਿ ਅਸੀਂ ਉਹਨਾਂ ਦੀ ਫਾਈਲ ਨੂੰ ਪਹਿਲਾਂ ਪੜ੍ਹਦੇ ਹਾਂ, ਸਟੇਟਮੈਂਟ ਆਫ ਪਰਪਸ ਕੀ ਲਿਖੀ ਹੈ, ਠੀਕ ਹੈ, ਉਹਨਾਂ ਨੂੰ ਕੋਰਸ ਕਿਹੜਾ ਦਿੱਤਾ ਹੈ। ਸਟਾਰਟ ਆਪਾਂ ਕਰੀਏ ਤਾਂ ਕੋਰਸ ਸਿਲੈਕਸ਼ਨ ਤੋਂ ਸਟਾਰਟਿੰਗ ਹੁੰਦੀ ਹੈ ਉਹਨਾਂ ਦੀ। ਨਾਰਮਲੀ ਮੈਂ ਤੁਹਾਨੂੰ ਇੱਕ ਦੱਸ ਦਿੰਦੀ ਇੱਕ ਚੀਜ਼, ਮੇਰੇ ਕੋਲ ਪਰਸੋਂ ਇੱਕ ਸਟੂਡੈਂਟ ਆਏ ਸੀਗੇ, ਉਹਨਾਂ ਨੇ MSc ਐਗਰੀਕਲਚਰ ਕਰ ਰੱਖੀ ਹੈ ਤੇ ਉਹ ਮੇਰੇ ਪਿੱਛੇ ਪੈ ਗਏ, ਮੈਮ ਕੇਪਸ ਅਪਲਾਈ ਕਰ ਦਿਓ, ਕੇਪਸ ਅਪਲਾਈ ਕਰ ਦਿਓ, ਜਨਵਰੀ ਇਨਟੇਕ ਨਹੀਂ ਹੋਊਗਾ, ਹਨਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਪਹਿਲਾਂ ਸ਼ਾਂਤ ਹੋ ਜਾਓ, ਤੁਸੀਂ ਮੈਨੂੰ ਆਪਣੀ ਪੂਰੀ ਫਾਈਲ ਦਿਓ ਜੋ ਤੁਸੀਂ ਲਗਾਈ ਸੀਗੀ, ਮੈਂ ਉਹਨਾਂ ਨੂੰ ਪੜਾਂਗੀ, ਐਨਾਲਾਈਜ਼ ਕਰਾਂਗੀ, ਉਸ ਤੋਂ ਬਾਅਦ ਮੈਂ ਤੁਹਾਨੂੰ ਡਿਸੀਜਨ ਦਾਂਗੀ। ਉਹ ਪਿਛਲੀ ਫਾਈਲ ਦਾ ਐਕਸ-ਰੇ ਹੋਊਗਾ ਤਾਂ ਅੱਗੇ ਦਾ ਅਪਲਾਈ ਹੋਏਗਾ ਨਾ। ਤੇ ਉਸ ਚੀਜ਼ ਤੇ ਸੀਗੇ ਤਾਂ ਉਹਨਾਂ ਨੇ ਮੈਨੂੰ ਕਿਹਾ ਕੇਪਸ ਅਪਲਾਈ ਕਰ ਦਿਓ। ਤਾਂ ਜੇ ਮਾਸਟਰਸ ਤੋਂ ਬਾਅਦ ਅਗਰ ਅਸੀਂ ਐਜੂਕੇਟ ਕੰਸਲਟੈਂਟ ਦੀ ਗੱਲ ਕਰੀਏ ਤਾਂ ਵੀ ਆਰ ਓਨੈਸਟ, ਉਹ ਮੈਨੂੰ ਕਹਿੰਦੇ ਕੇਪਸ ਅਪਲਾਈ ਕਰ ਦਿਓ। ਉਹਨਾਂ ਨੇ ਜਿਹੜੀ ਐਪਲੀਕੇਸ਼ਨ ਅਪਲਾਈ ਕੀਤੀ ਸੀ ਉਹ +2 ਤੋਂ ਆਫਟਰ ਵਾਲਾ ਡਿਪਲੋਮਾ ਦਿੱਤਾ ਸੀਗਾ। ਤੇ ਅਗਰ ਮੈਂ ਉਹਨਾਂ ਨੂੰ ਆ ਕੇ ਦਿੰਦੀ ਕਿ ਠੀਕ ਹੈ ਕਰ ਲਓ, ਬਟ ਅਸੀਂ ਉਹਨਾਂ ਨੂੰ ਸੁਜੈਸਟ ਕੀਤਾ, ਮੈਂ ਕਿਹਾ ਸਰ ਤੁਹਾਨੂੰ ਕੇਪਸ ਅਪਲਾਈ ਕਰਨ ਦੀ ਲੋੜ ਨਹੀਂ, ਤੁਹਾਡਾ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਰਿਜੈਕਸ਼ਨ ਕਿਉਂ ਆਈ ਹੈ। ਤਾਂ ਕੋਰਸ ਸਿਲੈਕਸ਼ਨ ਹੀ ਉਹਨਾਂ ਨੇ ਸਹੀ ਨਹੀਂ ਕੀਤਾ। ਮਾਸਟਰਸ ਅਗਰ ਆਪਾਂ ਨੇ ਕੀਤੀ ਹੋਈ ਹੈ ਬਟ ਆਪਾਂ ਕੋਰਸ ਜਿਹੜਾ ਹੈਗਾ +2 ਲੈਵਲ ਦਾ ਚੂਜ਼ ਕਰ ਰਹੇ ਹਾਂ ਤਾਂ ਡੈਫੀਨਿਟਲੀ ਥੋੜਾ ਰਿਜੈਕਸ਼ਨ ਆਏਗਾ ਹੀ ਆਏਗਾ। तो कोर्स सिलेक्शन की है वो बहुत ज्यादा जरूरी है एंड रिजेक्शन ਦਾ ਰੀਜ਼ਨ ਸਮਝਣਾ, ਕਿਉਂਕਿ ਕੁਝ ਫਾਈਲਾਂ ਹੁੰਦੀਆਂ ਨੇ ਜਿਹਦੇ ਵਿੱਚ ਕੇਪਸ ਅਪਲਾਈ ਕਰਨ ਦੀ ਲੋੜ ਪੈਂਦੀ ਹੈ, ਪਰ ਕੁਝ ਫਾਈਲਾਂ ਵਿੱਚ ਤਾਂ ਸਾਫ਼-ਸਾਫ਼ ਹੀ ਦਿਖ ਰਿਹਾ ਹੁੰਦਾ ਹੈ ਕਿ ਰਿਜੈਕਸ਼ਨ ਕਿਉਂ ਆਈ ਹੋ ਸਕਦੀ ਹੈ। ਠੀਕ ਹੈ, ਤੇ ਉਹੀ ਅਗੇਨ ਜੋ ਰਿਜੈਕਸ਼ਨ ਦੇ ਕੇਸਿਸ ਨੇ, ਤੁਸੀਂ 2-2 3-3 4-4 ਰਿਜੈਕਸ਼ਨਾਂ ਤੋਂ ਬਾਅਦ ਵੀ ਆਪਾਂ ਨੇ ਵੀਜ਼ਾ ਕਰਵਾਇਆ ਹੋਇਆ ਵਾ, ਤੁਸੀਂ ਆਪਣਾ ਰਿਜੈਕਸ਼ਨ ਕੇਸ ਲੈ ਕੇ ਆਓਗੇ, ਆਪਾਂ ਡਿਟੇਲ ਵਿੱਚ ਤੁਹਾਨੂੰ ਗਾਈਡ ਕਰਾਂਗੇ ਵੀ ਕੀ ਪ੍ਰੋਬਲਮ ਆਈ ਸੀ, ਪਹਿਲਾਂ ਤੁਹਾਡਾ ਕੇਸ ਸਮਝ ਕੇ ਐਂਡ ਅੱਗੇ ਹੁਣ ਉਹਨੂੰ ਕਿੱਦਾਂ ਰਿਪਰੈਜ਼ੈਂਟ ਕਰਨਾ ਆਪਣੇ ਕੇਸ ਨੂੰ ਤਾਂ ਕਿ ਵੀਜ਼ਾ ਸਾਨੂੰ ਮਿਲੇ ਇਵੈਂਚੁਅਲੀ। ਠੀਕ ਹੈ, ਬਿਲਕੁਲ। ਤਾਂ ਬਹੁਤ ਸਾਰੇ ਸਟੂਡੈਂਟ ਵੀ ਹੁੰਦੇ ਨੇ, ਕਈ ਲੋਕ ਇਹ ਵੀ ਬਹੁਤ ਸਵਾਲ ਪੁੱਛਦੇ ਨੇ ਜਿਨ੍ਹਾਂ ਦੀ ਐਲੀਜੀਬਿਲਟੀ ਹਰ ਪਾਸੇ ਬਣਦੀ ਹੈ ਪਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਕਾਲਜ ਕਿਹੜਾ ਚੂਜ਼ ਕਰਾਂ, ਮੈਂ ਲੋਕੇਸ਼ਨ ਕਿਹੜੀ ਚੂਜ਼ ਕਰਾਂ। ਕੈਨੇਡਾ ਦੇ ਵਿੱਚ ਤਾਂ ਜਾਣਾ ਹੈ ਪਰ ਕੈਨੇਡਾ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਜਾਣਾ ਹੈ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ। ਇਸ ਲਈ ਕੀ ਕਹਿਣਾ ਚਾਹੁੰਦੇ? देखो, जो फर्स्ट प्रेफरेंस है वो हर स्टूडेंट ਦੀ ਇਹੀ ਹੋਣੀ ਚਾਹੀਦੀ ਹੈ ਕਿ मेरा जो प्रोफाइल है, अगर मैं 80% है और मेरे IELTS ਵਿੱਚ ਬੈਂਡ ਸਕੋਰ 6.5 ਆ ਰਹੇ ਨੇ ਜਾਂ ਓਵਰਆਲ 7 ਆ ਰਹੇ ਨੇ ਤਾਂ ਇਹ ਨਹੀਂ ਹੈਗਾ ਕਿ ਸਸਤੇ ਦੇ ਚੱਕਰ ਵਿੱਚ ਘਟੀਆ ਕਾਲਜ ਵਿੱਚ ਐਡਮਿਸ਼ਨ ਲੈ ਲਈਏ, ਪ੍ਰਾਈਵੇਟ ਚ ਐਡਮਿਸ਼ਨ ਲੈ ਲਈਏ। ਤੁਸੀਂ ਆਪਣੀ ਜੋ ਤੁਹਾਡੀ ਰੈਂਕਿੰਗ ਹੈ ਪ੍ਰੋਫਾਈਲ ਦੀ ਉਹਦੇ ਹਿਸਾਬ ਨਾਲ ਵਧੀਆ ਕਾਲਜ ਟਾਰਗੇਟ ਕਰੋ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜੋ ਆਂਦਾ ਆ ਤੁਹਾਡੀ ਰੈਂਕਿੰਗ ਆਂਦੀ ਹੈ ਕਿ ਕਿਹੜੀ ਟਾਪ ਕਾਲਜਸ ਨੂੰ ਮੈਂ ਟਾਰਗੇਟ ਕਰ ਸਕਦਾ ਹਾਂ ਮੇਰੇ ਪ੍ਰੋਫਾਈਲ ਦੇ ਅਕੋਰਡਿੰਗਲੀ। ਜਿਵੇਂ ਆਪਾਂ ਓਨਟਾਰੀਓ ਦੀ ਗੱਲ ਕਰੀਏ ਤਾਂ ਸਾਨੇਕਾ ਹੋ ਗਿਆ, ਜਾਰਜਨ ਹੋ ਗਿਆ, ਜਾਰਜ ਬਰਾਊਨ ਹੋ ਗਿਆ, ਸੈਂਟੇਨੀਅਲ ਕਾਲਜ ਹੋ ਗਿਆ, ਟਾਪ ਕਾਲਜਸ ਦੀ ਲਿਸਟ ਹੈ। ਇਦਾਂ ਹੀ ਟਾਪ ਯੂਨੀਵਰਸਿਟੀਜ਼ ਵੀ ਹੈਗੀਆਂ ਨੇ ਤੇ ਅਗਰ ਅੱਛਾ ਪ੍ਰੋਫਾਈਲ ਹੈ ਤੇ ਤੁਸੀਂ ਟਾਪ ਦੀ ਯੂਨੀਵਰਸਿਟੀ, ਟਾਪ ਦਾ ਕਾਲਜ ਟਾਰਗੇਟ ਕਰੋਗੇ ਤਾਂ ਲੋਕੇਸ਼ਨ ਦਾ ਕੋਈ ਚੱਕਰ ਨਹੀਂ ਹੈਗਾ, ਲੋਕੇਸ਼ਨ ਜਿਹੜੀ ਮਰਜ਼ੀ ਹੋਵੇ। ਬਟ ਔਨ ਦੀ ਅਦਰ ਹੈਂਡ ਜੇ ਬੱਚਿਆਂ ਨੂੰ ਹੁੰਦਾ ਹੈ ਕਿ ਅਸੀਂ PR ਵਾਲੀ ਸਾਈਡ ਜਾਣਾ ਆ ਤਾਂ ਸਰਟਨ ਲੋਕੇਸ਼ਨਸ ਨੇ ਜਿੱਥੇ PR ਜਲਦੀ ਹੈ ਉਹ ਆਪਾਂ ਬੈਠ ਕੇ ਕੰਸਲਟ ਕਰਦੇ ਆ ਕਿ ਤੁਹਾਡੀ ਕੀ ਪ੍ਰੈਫਰੈਂਸ ਹੈ, ਤੁਹਾਡੀ PR ਪ੍ਰੈਫਰੈਂਸ ਹੈ ਜਾਂ ਤੁਹਾਡੀ ਹਾਈ ਰੈਂਕਿੰਗ ਦਾ ਕਾਲਜ ਜਾਂ ਕੋਰਸ ਪ੍ਰੈਫਰੈਂਸ ਹੈ। ਜੇ ਤੁਸੀਂ ਅੱਛਾ ਪ੍ਰੋਫਾਈਲ ਰੱਖ ਕੇ ਆਪਣੀ ਅੱਛੀ ਰੈਂਕਿੰਗ ਦੇ ਕਾਲਜ ਨੂੰ, ਕੋਰਸ ਨੂੰ ਚੂਜ਼ ਕਰੋਗੇ ਤਾਂ ਲੋਕੇਸ਼ਨ ਦਾ ਇੰਨਾ ਵੱਡਾ ਫੈਕਟਰ ਨਹੀਂ ਰਹਿ ਜਾਂਦਾ। ਬਟ ਲੋਕੇਸ਼ਨ ਜਿਨ੍ਹਾਂ ਨੂੰ PR ਚਾਹੀਦੀ ਹੈ ਜਲਦੀ ਤਾਂ PR ਦੇ ਬੇਸਿਸ ਤੇ ਵੀ ਲੋਕੇਸ਼ਨਸ ਟਾਰਗੇਟ ਕੀਤੀਆਂ ਜਾ ਸਕਦੀਆਂ ਨੇ।
ਬਿਲਕੁਲ ਤਾਂ ਇਸ ਵਿਚਾਲੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਨਾਮ ਹੈ ਜੀ ਤੁਹਾਡਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? सर मैं दुराहे तो बोल दी, अनु नाम है मेरा। मैं अपनी बेटी के रिगार्डिंग गल करना चाहती सर। ਜੀ ਕੀ ਸਵਾਲ ਹੈ ਜੀ ਤੁਹਾਡਾ? सर मेरा सवाल ये है कि मेरी बेटी ने +2 पेपर दे नॉन मेडिकल इंटेलिजेंट है ते 8 बैंड ने ਉਹਦੇ ਲਾਸਟ ईयर जी। आइट्स +2 का ਤੇ +2 non medical ਚ ਦੱਸਿਆ ਪੁੱਛਣਾ ਤੁਸੀਂ? ਚਾਹੁੰਦੀ ਸੀਗੀ ਵੀ ਕੈਲਗਰੀ ਬੱਚੀ ਜਾਂਦੀ ਹੈ ਬੀਟੈਕ ਕਰਨਾ ਚਾਹੁੰਦੀ ਹੈ ਤੇ ਕੈਲਗਰੀ ਦੇ ਵਿੱਚ ਕਿੰਨੇ ਕੁ ਸਕੋਪ ਹੈ, ਮਤਲਬ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੁ ਸਕੋਪ ਨੇ? +2 ਨਾਨ ਮੈਡੀਕਲ +2 ਨਾਨ ਮੈਡੀਕਲ ਦੱਸਿਆ ਤੁਸੀਂ? ਹਾਂਜੀ +2 ਨॉन ਮੈਡੀਕਲ ਸਰ। 8 ਬੈਂਡ ਤੁਸੀਂ ਦੱਸੇ ਹੈ? ਹਾਂਜੀ 8 ਬੈਂਡ ਬੱਚੀ ਦੇ ਆਏ ਨੇ ਜੀ ਬਿਲਕੁਲ। ਕੈਲਗਰੀ ਵਿੱਚ ਡੈਫੀਨਿਟਲੀ ਤੁਸੀਂ ਕੈਲਗਰੀ ਅਗਰ ਟਰਾਈ ਕਰ ਰਹੇ ਹੋ ਤਾਂ ਬੀਟੈਕ ਲਈ ਬਹੁਤ ਅੱਛੀ ਯੂਨੀਵਰਸਿਟੀਜ਼ ਤੁਹਾਨੂੰ ਮਿਲ ਜਾਣਗੀਆਂ ਕੈਲਗਰੀ ਸਾਈਡ ਵੀ, ਤੇ ਬੀਟੈਕ ਵੀ ਵਧੀਆ ਜਗ੍ਹਾ ਐਡਮਿਸ਼ਨ ਕਰਵਾ ਦਾਂਗੇ ਆਪਾਂ ਤੁਹਾਡਾ। ਐਂਡ ਇਹੀ ਰਹਿੰਦਾ ਹੈ ਕਿ ਅਗਰ ਆਪਾਂ ਕੈਲਗਰੀ ਸਾਈਡ ਟਰਾਈ ਕਰ ਰਹੇ ਹਾਂ ਤਾਂ ਪੀਆਰ ਵਿੱਚ ਵੀ ਕਿਤੇ ਨਾ ਕਿਤੇ ਐਡਵਾਂਟੇਜ ਤੁਹਾਨੂੰ ਮਿਲ ਜਾਂਦੀ ਹੈ। ਸੋ ਅੱਛਾ ਆਪਸ਼ਨ ਹੈ, ਅੱਛਾ ਪ੍ਰੋਫਾਈਲ ਹੈ, ਤੁਸੀਂ ਅਪਰੋਚ ਕਰੋ ਸਾਨੂੰ, ਵੀਜ਼ਾ ਡੈਫੀਨਿਟਲੀ ਆਪਾਂ ਕਰਵਾਵਾਂਗੇ। ਬਿਲकुल। ਕੋਈ ਹੋਰ ਸਵਾਲ ਹੈ ਤੁਹਾਡਾ? ਜੀ ਜੀ ਬਿਲਕੁਲ। ਤਾਂ ਲੱਗਦਾ ਸੰਪਰਕ ਟੁੱਟ ਗਿਆ। ਤੇ ਇੱਕ ਇਹ ਬੜੀ ਸਮੱਸਿਆ ਜਦੋਂ ਆਉਂਦੀ ਹੈ ਲੋਕਾਂ ਦੇ ਲਈ, ਯਕੀਨ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਇੰਸਟੀਚਿਊਟ ਇਹੋ ਜਿਹੇ ਨੇ, ਬਹੁਤ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਦੀਆਂ ਨੇ ਕਿ ਲੋਕਾਂ ਨੂੰ ਯਕੀਨ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਕਿ ਵਾਕਈ ਜਿਹਦੇ ਨਾਲ ਅਸੀਂ ਲਿੰਕ ਵਿੱਚ ਹੁਣ ਆਏ ਹਾਂ ਕਿ ਵਾਕਈ ਉਹ ਸਹੀ ਹੈ। ਤਾਂ ਇਸ ਦੇ ਲਈ ਕੋਈ ਐਕਸਪੀਰੀਅੰਸ ਕੋਈ ਤੁਹਾਡਾ ਕੋਈ ਆਪਣਾ ਜੇ ਤੁਸੀਂ ਸ਼ੇਅਰ ਕਰਨਾ ਚਾਹੋ? ਦੇਖੋ, ਜਿਵੇਂ ਅਗਰ ਤੁਸੀਂ ਸਾਡੇ ਕੋਲੋਂ ਵਿਜ਼ਿਟ ਕਰ ਰਹੇ ਹੋ, ਅਗਰ ਤੁਸੀਂ ਮੈਨੂੰ ਐਜ਼ ਅ ਕੰਸਲਟੈਂਟ ਹਾਇਰ ਕਰ ਰਹੇ ਹੋ ਤਾਂ ਸਾਡੀ ਪ੍ਰਾਇੋਰਟੀਜ਼ ਕੀ ਰਹਿੰਦੀਆਂ ਨੇ, ਜਿਵੇਂ ਕਿ ਮੈਂ ਤੁਹਾਨੂੰ ਲਾਸਟ ਇੰਟਰਵਿਊ 'ਚ ਵੀ ਦੱਸਿਆ, ਸਾਡਾ ਇੱਕ ਹੀ ਚੀਜ਼ ਤੇ ਫੋਕਸ ਰਹਿੰਦਾ ਹੈ। ਗਵਰਨਮੈਂਟ ਕਾਲਜ ਅਸੀਂ ਹਿੱਟ ਕਰਦੇ ਹਾਂ, ਅਸੀਂ ਪ੍ਰਾਈਵੇਟ ਦੇ ਧੱਕੇ ਨਹੀਂ ਚੜਾਉਂਦੇ ਕਿਸੇ ਨੂੰ ਵੀ, ਠੀਕ ਹੈ। ਸੈਕਿੰਡ ਚੀਜ਼, ਅਸੀਂ ਰੈਂਕਿੰਗ ਤੇ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ, ਰੈਂਕਿੰਗ ਲਈ ਮੈਂ ਕਦੀ ਕੰਪਰੋਮਾਈਜ਼ ਨਹੀਂ ਕਰਦੀ। ਅਗੇਨ, ਜਿਹੜਾ ਬੱਚੇ ਦਾ ਪਰਸੈਂਟੇਜ ਆਈ, ਕੋਰ ਸਬਜੈਕਟ ਕਿੱਦਾਂ ਦਾ ਹੈ, ਉਸ ਅਕੋਰਡਿੰਗਲੀ ਅਸੀਂ ਤੁਹਾਨੂੰ ਰੈਂਕਡ ਕਾਲਜ ਦਿਵਾਵਾਂਗੇ, ਉਹ ਕਮਿਟਮੈਂਟ ਸਾਡੀ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਕੋਰਸ ਸਿਲੈਕਸ਼ਨ ਦੀ, ਕੋਰਸ ਸਿਲੈਕਸ਼ਨ ਲਈ ਇੱਥੇ ਕੰਸਲਟੈਂਟਸ ਐਜੂਕੇਟਿਡ ਨਹੀਂ ਨੇ, ਉਹਨਾਂ ਨੂੰ ਨਹੀਂ ਪਤਾ ਕਿ ਕਿਹੜਾ ਕੋਰਸ ਦੇਣਾ ਚਾਹੀਦਾ, ਕਿਹੜਾ ਨਹੀਂ ਦੇਣਾ ਚਾਹੀਦਾ। ਜਿਵੇਂ ਹੁਣ ਅਸੀਂ ਤੁਸੀਂ ਫਸਟ ਅਟੈਂਪਟ ਦਿੱਤਾ, ਠੀਕ ਹੈ, ਤਾਂ ਅਗਰ ਤੁਸੀਂ ਪਹਿਲੀ ਵਾਰ ਐਪਲੀਕੇਸ਼ਨ ਪਾ ਰਹੇ ਹੋ, ਜੇ ਤੁਸੀਂ ਵੀਜ਼ਾ ਆਫਿਸਰ ਨੂੰ ਕਨਵਿੰਸ ਕਰ ਰਹੇ ਹੋ ਕਿ ਮੈਂ ਜੈਨੂਇਨ ਸਟੂਡੈਂਟ ਹਾਂ, ਮੈਨੂੰ ਵੀਜ਼ਾ ਗ੍ਰਾਂਟ ਕਰੋ, ਤਾਂ ਸਭ ਤੋਂ ਇੰਪੋਰਟੈਂਟ ਤੁਹਾਡਾ ਕੋਰਸ ਸਿਲੈਕਸ਼ਨ ਹੈ। ਕੋਰਸ ਸਿਲੈਕਸ਼ਨ ਤੋਂ ਬਾਅਦ ਜਿਹੜਾ ਤੁਹਾਡਾ ਗੈਪ ਬਣ ਰਿਹਾ ਉਸ ਨੂੰ ਤੁਸੀਂ ਕਿਵੇਂ ਇਵੈਲੂਏਟ ਕਰਾਇਆ ਹੈ, ਤੁਹਾਨੂੰ ਉਸ ਕੰਸਲਟੈਂਟ ਨੇ ਰਾਈਟ ਗਾਈਡ ਕੀਤਾ ਕਿ ਨਹੀਂ ਕੀਤਾ ਅਕੋਰਡਿੰਗ ਟੂ ਯੋਰ ਪ੍ਰੋਫਾਈਲ, ਉਹ ਬਹੁਤ ਮਾਇਨੇ ਰੱਖਦਾ। ਕੰਸਲਟੈਂਟਸ ਕਦੀ ਤੁਹਾਨੂੰ ਸਟੇਟਮੈਂਟ ਆਫ ਪਰਪਸ ਤੇ ਕਦੀ ਹਿੱਟ ਨਹੀਂ ਕਰਦੇ, ਬਟ ਉਹ ਸਭ ਤੋਂ ਇੰਪੋਰਟੈਂਟ ਪਾਰਟ ਹੈ ਤੁਹਾਡਾ ਵੀਜ਼ਾ ਆਫਿਸਰ ਤੋਂ ਵੀਜ਼ਾ ਗ੍ਰਾਂਟ ਕਰਾਉਣ ਲਈ ਐਜ਼ ਅ ਸਟੱਡੀ ਵੀਜ਼ਾ। ਕਿਉਂਕਿ ਐਸਓਪੀ ਸਟੇਟਮੈਂਟ ਆਫ ਪਰਪਸ ਜਿਹਨੂੰ ਮੈਮ ਦੱਸ ਰਹੇ ਨੇ, ਕਦੇ ਵੀ ਕੈਨੇਡਾ ਦੇ ਵਿੱਚ ਤੁਹਾਡਾ ਇੰਟਰਵਿਊ ਨਹੀਂ ਹੁੰਦਾ, ਯੂਕੇ ਵਿੱਚ ਇੰਟਰਵਿਊ ਹੋ ਜਾਂਦਾ ਆ ਅਗਰ ਬੱਚੇ ਨੇ ਆਇਲਸ ਨਹੀਂ ਦਿੱਤਾ, ਯੂਐਸਏ ਵਿੱਚ ਇੰਟਰਵਿਊ ਹੁੰਦਾ ਆ, ਬਟ ਸਟੇਟਮੈਂਟ ਆਫ ਪਰਪਸ ਐਕਚੁਅਲੀ ਤੁਹਾਡਾ ਇੰਟਰਵਿਊ ਹੋਈ ਹੈ। ਤੁਸੀਂ ਇਮੇਜਿਨ ਕਰਨਾ ਆ ਕਿ ਜੋ ਉੱਥੇ ਬੈਠਾ ਐਮਬੈਸੀ ਆਫਿਸਰ ਆ ਉਹ ਮੈਨੂੰ ਵੀਜ਼ਾ ਕਿਉਂ ਦਊਗਾ, ਉਹ ਮੇਰੇ ਤੋਂ ਕਿਹੜੇ ਕੁਐਸਚਨ ਪੁੱਛ ਕੇ ਮੈਨੂੰ ਵੀਜ਼ਾ ਗ੍ਰਾਂਟ ਕਰੂਗਾ। ਉਹ ਸਾਰੀਆਂ ਚੀਜ਼ਾਂ ਹੀ ਐਸਓਪੀ 'ਚ ਲਿਖੀਆਂ ਜਾਂਦੀਆਂ ਨੇ। ਅਗਰ ਆਪਾਂ ਡੈਪਥ ਵਿੱਚ ਆਪਣਾ ਜੋ ਮੇਰਾ ਕੈਰੀਅਰ ਗੋਲਸ ਨੇ ਉਹ ਆਪਾਂ ਡੈਪਥ ਵਿੱਚ ਲਿਖਤੇ, ਐਂਡ ਕਿਹੜਾ ਕੋਰਸ ਮੈਂ ਕਿਉਂ ਲਿਆ ਆ, ਇਹੀ ਯੂਨੀਵਰਸਿਟੀ ਮੈਂ ਕਿਉਂ ਲਈ ਆ, ਇਹ ਕਾਲਜ ਮੈਂ ਕਿਉਂ ਚੂਜ਼ ਕੀਤਾ ਆ, ਇਲੈਬੋਰੇਟ ਕਰਕੇ ਅਗਰ ਆਪਾਂ ਨੇ ਐਸਓਪੀ ਵਿੱਚ ਲਿਖਿਆ ਤਾਂ ਹੀ ਵੀਜ਼ਾ ਗ੍ਰਾਂਟ ਹੋਊਗਾ। ਕਿਉਂਕਿ ਸਾਰਾ ਕੁਝ ਆਪਾਂ ਨੇ ਵਧੀਆ ਕਰ ਲਿਆ, ਅੱਛੇ ਪੈਸੇ ਲਗਾ ਲਏ, ਅੱਛੀ ਯੂਨੀਵਰਸਿਟੀ ਲੈ ਲਈ, ਅੱਛਾ ਕਾਲਜ ਲੈ ਲਿਆ, ਐਂਡ ਗੈਪ ਜਸਟੀਫਿਕੇਸ਼ਨ ਵਗੈਰਾ ਵੀ ਹੈਗੀ ਹੈ ਸਾਡੀ, ਉੱਪਰ ਸਾਰਾ ਕੁਝ ਕਰ ਬੈਠੇ, ਪਰ ਐਸਓਪੀ 'ਚ ਅਸੀਂ ਕੁਝ ਵੀ ਨਹੀਂ ਲਿਖ ਸਕੇ, ਸਾਨੂੰ ਸਮਝ ਹੀ ਨਹੀਂ ਆਇਆ ਸੀ ਕਰਨਾ ਕੀ ਹੈ, ਕੰਸਲਟੈਂਟ ਨੇ ਸਾਨੂੰ ਗਾਈਡ ਨਹੀਂ ਕੀਤਾ, ਤਾਂ ਉੱਥੇ ਰਿਜੈਕਸ਼ਨ ਹੈ। ਸੋ ਕੈਰੀਅਰ ਪ੍ਰੋਗਰੈਸ਼ਨ ਤੁਹਾਡਾ ਐਸਓਪੀ ਵਿੱਚ ਹੀ ਡਿਸਾਈਡ ਹੁੰਦਾ ਆ, ਐਸਓਪੀ 'ਚ ਹੀ ਲਿਖਿਆ ਜਾਂਦਾ ਆ। ਐਂਡ ਮੋਸਟਲੀ ਜੋ ਕੰਸਲਟੈਂਟਸ ਨੇ ਉਹ ਐਸਓਪੀ ਤੇ ਜ਼ਿਆਦਾ ਸਟ੍ਰੈਸ ਨਹੀਂ ਦਿੰਦੇ, ਜੋ ਕਿ ਸਪਿਰਿਟ ਵਿੱਚ ਆਪੋਜ਼ਿਟ ਹੈ। ਅਸੀਂ ਕੈਰੀਅਰ ਕਾਉਂਸਲਿੰਗ ਵੀ ਤੁਹਾਡੀ ਕਰਦੇ ਹਾਂ, ਕੋਰਸ ਸਿਲੈਕਸ਼ਨ ਵਿੱਚ ਵੀ ਹੈਲਪ ਕਰਦੇ ਹਾਂ, ਤੇ ਐਸਓਪੀ ਵਿੱਚ ਵੀ ਤੁਹਾਡੀ 110% ਹੈਲਪ ਕੀਤੀ ਜਾਂਦੀ ਹੈ। ਕੋਈ ਕੇਸ ਵੀ ਆਏ ਹੋਣਗੇ ਤੁਹਾਡੇ ਕੈਰੀਅਰ ਦੇ ਵਿੱਚ ਤੁਹਾਡੇ ਕੋਲ, ਜਿਹੜੇ ਕੇਸ ਜਿਨ੍ਹਾਂ ਨੂੰ ਕਿਤੋਂ ਹੋਰ ਫੇਲਿਅਰ ਮਿਲੀ ਹੋਏਗੀ, ਬਾਅਦ ਵਿੱਚ ਤੁਹਾਡੇ ਕੋਲ ਆ ਕੇ ਸਕਸੈਸਫੁਲੀ ਕੈਨੇਡਾ ਪਹੁੰਚ ਗਿਆ ਹੋਵੇ, ਕੋਈ ਇਸ ਤਰ੍ਹਾਂ ਦੇ ਕੇਸ ਜੇਕਰ ਤੁਸੀਂ ਸਾਂਝਾ ਕਰਨਾ ਚਾਹੋ? ਹਾਂਜੀ, ਜਿਵੇਂ ਫॉर ਐਗਜ਼ਾਮਪਲ ਮੈਂ ਦੱਸਦੀ ਹਾਂ, ਇੱਕ ਮਨਿੰਦਰ ਸਿੰਘ ਨਾਮ ਦੇ ਸਟੂਡੈਂਟ ਸੀਗੇ। ਸੋ ਉਹਨਾਂ ਦਾ ਇਹੀ ਪ੍ਰੋਬਲਮ ਸੀਗੀ ਕਿ ਉਹਨਾਂ ਨੇ MBA ਕੀਤੀ ਹੋਈ ਸੀ, ਬਟ MBA ਤੋਂ ਬਾਅਦ ਉਹ ਹਲਕਾ ਕੋਰਸ ਉਹਨਾਂ ਨੇ ਚੂਜ਼ ਕੀਤਾ, ਉਹਨਾਂ ਦੇ ਕੰਸਲਟੈਂਟ ਨੇ ਹਲਕਾ ਚੂਜ਼ ਪ੍ਰੋਜੈਕਟ ਮੈਨੇਜਮੈਂਟ ਕਰਵਾਇਆ, ਤੇ ਉਹਦੇ ਵਿੱਚ ਉਹ 2 ਵਾਰ ਰਿਜੈਕਸ਼ਨ ਖਾ ਬੈਠੇ ਸੀਗੇ। ਤੇ ਫਿਰ ਉਹ ਸਾਡੇ ਕੋਲ ਆਏ, ਸਾਨੂੰ ਕੰਟੈਕਟ ਕੀਤਾ ਉਹਨਾਂ ਨੇ, ਐਂਡ ਅਸੀਂ ਉਹਨਾਂ ਨੂੰ ਵਧੀਆ ਕਾਲਜ ਐਂਡ ਉਸ ਤੋਂ ਉੱਪਰਲਾ ਜੋ ਕੋਰਸ ਹੈ ਗਲੋਬਲ ਬਿਜ਼ਨਸ ਮੈਨੇਜਮੈਂਟ ਜਦ ਚੂਜ਼ ਕਰਵਾਇਆ, ਐਂਡ ਐਸਓਪੀ ਵਿੱਚ ਜਸਟੀਫਿਕੇਸ਼ਨ ਦਿੱਤੀ, ਕਿਉਂਕਿ ਇੱਕ ਵਾਰੀ ਆਪਾਂ ਰਿਜੈਕਸ਼ਨ ਖਾ ਬੈਠੇ ਆ ਤਾਂ ਪੁਰਾਣਾ ਕੋਰਸ ਮੈਂ ਕਿਉਂ ਚੂਜ਼ ਕੀਤਾ ਸੀ, ਉਹਦੀ ਜਸਟੀਫਿਕੇਸ਼ਨ ਐਂਡ ਮੇਰਾ ਕੈਰੀਅਰ ਪ੍ਰੋਗਰੈਸ਼ਨ ਅੱਗੇ ਕਿੱਥੇ ਵੱਧ ਰਿਹਾ ਹੈ, ਮੈਂ ਕਿਉਂ ਨੈਕਸਟ ਕੋਰਸ ਜੋ ਹੈ ਮੈਂ ਕਿਉਂ ਡਿਸਾਈਡ ਕੀਤਾ ਆ, ਉਹ ਸਾਰੀ ਜਸਟੀਫਿਕੇਸ਼ਨ ਅਗਰ ਆਪਾਂ ਦਵਾਂਗੇ ਤਾਂ ਵੀਜ਼ਾ ਨਿਕਲਦਾ ਆ। ਤਾਂ 2 ਰਿਜੈਕਸ਼ਨਾਂ ਤੋਂ ਬਾਅਦ ਜਦ ਉਹਨਾਂ ਨੇ 3rd ਟਾਈਮ ਸਾਡੇ ਨਾਲ ਅਪਲਾਈ ਕੀਤਾ ਤਾਂ ਉਹਨਾਂ ਦਾ ਵੀਜ਼ਾ ਨਿਕਲਿਆ, ਠੀਕ ਹੈ।
ਉਸ ਤੋਂ ਬਾਅਦ ਇੱਕ ਹੋਰ ਹੈ ਮਿਸਟਰ ਗੁਰਸੀਸ ਸੀਗੇ, ਉਹ ਖੁਦ ਡੈਂਟਿਸਟ ਰਹੇ ਨੇ ਤੇ 9 ਸਾਲ ਦਾ ਉਹਨਾਂ ਦਾ ਸਟੱਡੀ ਗੈਪ ਸੀਗਾ। 9 ਸਾਲ ਦਾ ਮਤਲਬ ਉਹਨਾਂ ਕੋਲ ਡੈਂਟਿਸਟਰੀ ਦਾ ਐਕਸਪੀਰੀਅੰਸ ਸੀਗਾ, ਬਟ ਸਟੱਡੀ ਗੈਪ ਉਹਨਾਂ ਦਾ 9 ਇਅਰਸ ਦਾ ਰਿਹਾ ਆ। ਤੇ ਉਹ ਐਕਚੁਅਲੀ ਪੀਆਰ ਟਰਾਈ ਕਰ ਰਹੇ ਸੀਗੇ, ਬਟ ਆਇਲਸ ਵਿੱਚ ਬੈਂਡ ਸਕੋਰ ਇਨਫ ਨਾ ਆਉਣ ਕਰਕੇ ਉਹਨਾਂ ਕੋਲ ਨਹੀਂ ਪੀਆਰ ਦਾ ਬਣਦਾ ਪਿਆ ਸੀਗਾ। ਤਾਂ ਫਿਰ ਅਸੀਂ ਉਹਨਾਂ ਦਾ ਜਿਹੜਾ ਹੈਗਾ ਆ ਸਾਰਾ ਕੈਰੀਅਰ ਪ੍ਰੋਗਰੈਸ਼ਨ ਦਿਖਾ ਕੇ ਐਸਓਪੀ ਵਿੱਚ ਜਾਨ ਪਾ ਕੇ ਜਦ ਉਹਨਾਂ ਦਾ ਵੀਜ਼ਾ ਲਾਂਚ ਕੀਤੀ ਫਾਈਲ, ਤਾਂ ਉਹਨਾਂ ਦਾ 9 ਸਾਲ ਦੇ ਸਟੱਡੀ ਗੈਪ ਤੋਂ ਬਾਅਦ ਵੀਜ਼ਾ ਨਿਕਲਿਆ ਆ ਐਂਡ ਏਜ ਉਹਨਾਂ ਦੀ 35-36 ਸਾਲ ਦੇ ਅਰਾਊਂਡ ਸੀਗੀ। ਤੋ ਅਗਰ 10-10 ਸਾਲ ਦਾ ਗੈਪ ਵੀ ਹੈ ਤੁਹਾਡਾ ਸਟੱਡੀ ਦਾ, ਉਹ ਤੋਂ ਬਾਅਦ ਵੀ ਵੀਜ਼ਾ ਪੋਸੀਬਲ ਹੈ ਅਗਰ ਤੁਸੀਂ ਵਧੀਆ ਤਰੀਕੇ ਨਾਲ ਕੋਰਸ ਸਿਲੈਕਸ਼ਨ ਕਰਕੇ ਐਸਓਪੀ ਚ ਜਸਟੀਫਿਕੇਸ਼ਨ ਕਰਕੇ ਫਾਈਲ ਲਗਾਈ ਹੋਵੇ। ਇੱਕ ਕੇਸ ਆਪਾਂ ਸਭ ਤੋਂ ਜ਼ਿਆਦਾ ਦੇਖਦੇ ਹਾਂ, ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਬੈਂਡ ਨਹੀਂ ਆਉਂਦੇ, ਜਿਹੜੇ ਪੜ੍ਹਾਈ ਦੇ ਵਿੱਚ ਜ਼ਿਆਦਾ ਤੇਜ਼ ਨਹੀਂ ਹੁੰਦੇ, ਇਹ ਕਹਿ ਲਈਏ ਆਪਾਂ, ਜਾਂ ਫਿਰ ਕਿਸੇ ਕਾਰਨਾਂ ਕਰਕੇ ਉਹਨਾਂ ਦੇ ਬੈਂਡ ਨਹੀਂ ਜ਼ਿਆਦਾ ਆਉਂਦੇ। ਜਿਨ੍ਹਾਂ ਦੇ ਬੈਂਡ ਘੱਟ ਹੁੰਦੇ ਨੇ ਉਹਨਾਂ ਦੇ ਲਈ ਕੀ ਸੋਲੂਸ਼ਨ ਹੈ ਜੀ? ਉਹਨਾਂ ਨੂੰ ਕਹੋ ਕਿ ਸਾਡੇ ਕੋਲ ਸਪੀਡ ਆ ਕੇ ਜੁਆਇਨ ਕਰਨ ਆਇਲਸ ਕਲਾਸਿਸ, ਤੇ ਅਸੀਂ ਉੱਥੇ ਉਹਨਾਂ ਨੂੰ ਬੈਸਟ ਕਨਸੈਪਟ ਕਲਾਸਿਸ ਦਾਂਗੇ। ਠੀਕ ਹੈ, ਮੇਰਾ ਫੋਕਸ ਨਾ ਬੈਗ ਦੇਣ ਤੇ ਹੈ, ਨਾ ਐਪ ਦੇਣ ਤੇ ਹੈ, ਔਰ ਨਾ ਹੀ ਕੋਈ ਰੇਜ਼ਰ ਸ਼ਾਰਪਨਰ ਦੇਣ ਤੇ ਹੈ। ਸਾਡਾ ਫੋਕਸ ਸਿਰਫ ਇੱਕ ਕੁਆਲਿਟੀ ਟੀਚਰ, ਇੱਕ ਅੱਛਾ ਵੈਲ ਟ੍ਰੇਨਡ ਟੀਚਰ ਤੁਹਾਨੂੰ ਦੇਣ ਦਾ, ਜੋ ਕਿ ਆਥੋਰਾਈਜ਼ਡ ਬਾਈ ਨਾਟ ਆਈਟਬੀ ਐਂਡ ਆਲ। ਉਹਨਾਂ ਦੀ ਆਥੋਰਾਈਜੇਸ਼ਨ ਉਹਨਾਂ ਦੀ ਖੁਦ ਦੀ ਅਚੀਵਮੈਂਟ ਹੈ, ਉਹਨਾਂ ਦੇ ਬੈਂਡ ਸਕੋਰਸ ਨੇ, ਪਲੱਸ ਅਸੀਂ ਮਟੀਰੀਅਲ ਲੇਟੈਸਟ ਔਰ ਅਪਡੇਟਡ ਦਿੰਨੇ ਆ। ਬੱਚਿਆਂ ਨੇ ਜਿੰਨਾ ਮਰਜ਼ੀ ਐਕਸਟਰਾ ਮਟੀਰੀਅਲ ਮੇਰੇ ਤੋਂ ਲੈਣਾ ਹੋਵੇ ਅਸੀਂ ਕਦੀ ਮਨਾ ਨਹੀਂ ਕਰਦੇ। 101% ਕਮਿਟਮੈਂਟ ਰਹਿੰਦੀ ਹੈ ਆਇਲਸ ਦੇ ਅੰਦਰ ਸਾਡੀ, ਤਾਂ ਕਿ ਬੱਚਾ ਸਕੋਰ ਅਚੀਵ ਕਰਾਵੇ। ਸਾਡਾ ਮੋਟਿਵ ਹੈ ਕਿ ਸਾਨੂੰ ਵੀ ਸਕੋਰ ਚਾਹੀਦਾ, ਤੁਹਾਨੂੰ ਵੀ ਚਾਹੀਦਾ, ਤਾਂ ਦੋਨੋਂ ਪਰਸਪੈਕਟਿਵ ਤੇ ਬੱਚਾ ਮੈਨੂੰ ਸਪੋਰਟ ਕਰ ਰਿਹਾ ਤੇ ਮੈਂ ਸਪੋਰਟ ਕਰ ਰਹੀ ਹਾਂ, ਤਾਂ ਆਇਲਸ ਦੇ ਬੈਂਡਸ ਆਉਂਗੇ ਹੀ ਆਉਂਗੇ, ਡੈਫੀਨਿਟਲੀ ਆਉਂਗੇ। ਬਿਲਕੁਲ। ਤਾਂ ਇਸ ਵਿਚਾਲੇ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਨਾਮ ਹੈ ਜੀ ਤੁਹਾਡਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਫਤਿਹਗੜ੍ਹ ਚੂੜੀਆਂ ਤੋਂ ਬੋਲ ਰਹੇ ਹਾਂ ਜੀ, ਫਤਿਹਗੜ੍ਹ ਚੂੜੀਆਂ ਤੋਂ। ਕੀ ਨਾਮ ਹੈ ਜੀ ਤੁਹਾਡਾ? ਪਰਮਜੀਤ ਕੌਰ, ਮੇਰਾ ਬੇਟਾ ਹਰਮਨਜੀਤ ਸਿੰਘ। ਜੀ, ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਸਾਡਾ ਇਹ ਸਵਾਲ ਹੈ ਜੀ, ਅਸੀਂ ਬੇਟੇ ਨੇ ਵਿੱਚ ਮੈਡੀਕਲ 18 ਪਾਸ ਕੀਤਾ ਜੀ, ਤੇ ਸਰ ਉਹਦੀ ਨਾ ਰਿਫਿਊਜ਼ਲ ਆ ਗਈ ਆ ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਤੇ ਉਹਦੇ ਹੋਰ 6.5 ਬੈਂਡ ਹੈ ਜੀ। 6.5 ਬੈਂਡ ਹੈ। ਆਸਟ੍ਰੇਲੀਆ ਦੇ ਲਈ ਉਹਨਾਂ ਦੀ ਰਿਫਿਊਜ਼ਲ ਆ ਰਹੀ ਹੈ ਤੇ ਪਲੱਸ 2 ਉਹਨਾਂ ਨੇ ਮੈਡੀਕਲ ਚ ਕੀਤੀ ਹੈ। ਕੈਨੇਡਾ ਤੋਂ ਵੀ ਆਈ ਆ ਰਿਫਿਊਜ਼ਲ ਜੀ, ਇਹੀ ਦੇ ਕਿ ਤੁਸੀਂ ਵਾਪਸ ਨਹੀਂ ਆਉਣਾ ਜੀ। ਪਲੱਸ 2 ਕਦੋਂ ਕੀਤੀ ਹੈ ਉਹਨਾਂ ਨੇ? 3 ਚ। ਸੌਰੀ, ਕੀ ਕਿਹਾ ਤੁਸੀਂ? 18 ਚ 2018 ਚ। ਉਸ ਤੋਂ ਬਾਅਦ ਕੀ ਕੀਤਾ ਜੀ ਉਹਨਾਂ ਨੇ 2018 ਤੋਂ ਬਾਅਦ? ਸਰ ਨੇ ਇਹੀ ਨਾ ਇਹ ਫਾਈਲ ਹੀ ਲਾਉਂਦੇ ਰਹੇ, ਕਦੀ ਇੱਧਰ ਲਾਉਂਦੇ ਰਹੇ, ਚੱਕਰ ਵਿੱਚ ਨਹੀਂ ਅੱਗੇ। ਪਹਿਲਾਂ ਕੈਨੇਡਾ ਤੋਂ ਰਿਫਿਊਜ਼ਲ ਆਈ ਜਾਂ ਬਾਅਦ ਆਸਟ੍ਰੇਲੀਆ ਤੋਂ ਆਈ? ਜੀ, ਕੁਝ ਨਹੀਂ ਉਹਨਾਂ ਨੇ ਕੀਤਾ, ਨਹੀਂ ਕੁਝ, ਉਹਨਾਂ ਨੇ ਇਹੀ ਫਾਈਲ ਇੱਧਰ ਉੱਧਰ ਨਹੀਂ, ਉਹਨਾਂ ਦੇ ਮਤਲਬ ਕਿ ਜਿਹੜੀ ਤੁਹਾਡੀ ਬੇਟੀ ਦੀ ਰਿਜੈਕਸ਼ਨ ਲੱਗੀ ਸੀ, ਉਹ ਪਹਿਲਾਂ ਕੈਨੇਡਾ ਤੋਂ ਰਿਜੈਕਸ਼ਨ ਲੱਗੀ ਸੀ ਜਾਂ ਫਿਰ ਪਹਿਲਾਂ ਆਸਟ੍ਰੇਲੀਆ ਤੋਂ ਲੱਗੀ ਸੀ? ਪਹਿਲਾਂ ਆਸਟ੍ਰੇਲੀਆ ਤੋਂ ਲੱਗੀ, ਬਾਅਦ ਵਿੱਚ ਉਹਨਾਂ ਨੇ ਕੈਨੇਡਾ ਦੇ ਲਈ ਅਪਲਾਈ ਕੀਤਾ, ਫਿਰ ਕੈਨੇਡਾ ਤੋਂ ਵੀ ਰਿਫਿਊਜ਼ਲ ਲੱਗੀ। ਹਾਂਜੀ ਹਾਂਜੀ ਜੀ, ਬਿਲਕੁਲ ਮੈਡਮ। 4 ਸਾਲਾਂ ਦਾ ਗੈਪ ਆ ਗਿਆ। 2018 ਦੇ ਵਿੱਚ ਉਹਨਾਂ ਨੇ ਮੈਡੀਕਲ ਦੇ ਵਿੱਚ ਪਲੱਸ 2 ਕੀਤੀ ਸੀ ਕੈਨੇਡਾ ਤੋਂ ਜੀ, ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਤੋਂ ਰਿਫਿਊਜ਼ਲ ਲੱਗ ਗਈ। 6.5 ਬੈਂਡ ਨੇ ਉਹਨਾਂ ਦੇ, ਕੀ ਕਹਿਣਾ ਚਾਹੋ? ਦੇਖੋ, ਬੈਂਡਸ ਵਿੱਚ ਪ੍ਰੋਬਲਮ ਨਹੀਂ ਹੈਗੀ, ਬਟ ਗੈਪ ਬਹੁਤ ਜ਼ਿਆਦਾ ਹੋ ਗਿਆ ਆ। ਆਪਾਂ ਪਲੱਸ 2 ਤੋਂ ਬਾਅਦ ਅਪਲਾਈ ਕਰ ਰਹੇ ਹਾਂ। ਅਗਰ ਆਪਾਂ ਨੇ ਆਸਟ੍ਰੇਲੀਆ ਪਹਿਲਾਂ ਫਾਈਲ ਲਗਾਈ ਸੀਗੀ, ਤਾਂ ਆਸਟ੍ਰੇਲੀਆ 'ਚ ਅਗਰ ਆਪਾਂ ਵਿਦ ਗੈਪ ਲਗਾਈਏ ਤਾਂ ਆਸਟ੍ਰੇਲੀਆ 1.5-2 ਸਾਲ ਦੇ ਗੈਪ ਤੋਂ ਬਾਅਦ ਲੈਂਦਾ ਨਹੀਂ ਹੈਗਾ। ਠੀਕ ਹੈ, ਰੀਸੈਂਟ ਪਾਸ ਆਊਟ ਹੀ ਬੱਚਾ ਆਸਟ੍ਰੇਲੀਆ ਟਾਰਗੇਟ ਕਰ ਸਕਦਾ ਆ। ਹੁਣ ਤੁਹਾਡੇ ਜੋ ਪ੍ਰੋਪਰ ਡਾਕੂਮੈਂਟਸ ਨੇ, ਇੱਕ ਵਾਰੀ ਸਾਨੂੰ ਆਸਟ੍ਰੇਲੀਆ ਵਿੱਚ ਕੀ ਐਸਓਪੀ ਲੱਗਿਆ, ਕਿਹੜਾ ਕੋਰਸ ਲਿਆ, ਕਿਹੜੀ ਯੂਨੀਵਰਸਿਟੀ ਅਪਲਾਈ ਕੀਤਾ, ਉਹ ਸਾਰਾ ਸਾਨੂੰ ਬੈਠ ਕੇ ਸਟੱਡੀ ਕਰਨਾ ਪਏਗਾ। ਸੇਮ ਗੋਜ਼ ਵਿਦ ਕੈਨੇਡਾ। ਕੈਨੇਡਾ ਵਿੱਚ ਕੀ ਐਸਓਪੀ ਆਪਾਂ ਨੇ ਲਿਖ ਕੇ ਦਿੱਤਾ ਆ, ਕਿਹੜਾ ਕੋਰਸ ਚੂਜ਼ ਕੀਤਾ ਆ, ਐਂਡ ਕਿਹੜੀ ਯੂਨੀਵਰਸਿਟੀ ਜਾਂ ਕਾਲਜ ਟਰਾਈ ਕੀਤਾ ਆਪਾਂ ਨੇ, ਹਨਾ, ਉਹ ਸਾਰਾ ਕੁਝ ਸਟੱਡੀ ਕਰਨਾ ਪਏਗਾ। ਤਾਂ ਤੁਸੀਂ ਆਪਣੀ ਦੋਨੋਂ ਫਾਈਲਸ ਲੈ ਕੇ ਸਾਡੇ ਆਫਿਸ ਵਿਜ਼ਿਟ ਕਰੋ। ਇੱਕ ਵਾਰੀ ਸਟੱਡੀ ਕਰਨ ਤੋਂ ਬਾਅਦ ਹੀ ਆਪਾਂ ਕੁਝ ਤੁਹਾਨੂੰ ਦੱਸ ਪਾਵਾਂਗੇ। ਬਿਨਾਂ ਪੂਰੇ ਡਾਕੂਮੈਂਟਸ ਦੇਖੇ ਆਪਾਂ ਕੋਈ ਕਮੈਂਟ ਨਹੀਂ ਕਰ ਸਕਦੇ। ਬਿਲਕੁਲ। ਤਾਂ ਗੱਲਾਂ ਕਰਕੇ ਇਹ ਜ਼ਰੂਰ ਕਲੀਅਰ ਹੋ ਗਿਆ, ਇਹ ਸਪਸ਼ਟ ਹੋ ਗਿਆ ਕਿ ਜੋ ਵੀ ਅਸਲੀਅਤ ਹੋਵੇਗੀ ਤੁਹਾਨੂੰ ਸਿਰਫ ਉਹੀ ਦੱਸੀ ਜਾਵੇਗੀ। ਕੋਈ ਝੂਠੇ ਦਿਲਾਸੇ ਨਹੀਂ ਤੁਹਾਨੂੰ ਦਿੱਤੇ ਜਾਣਗੇ ਜਾਂ ਫਿਰ ਪੈਸਾ ਲੁੱਟਣ ਵਾਲਾ ਉਹ ਕੰਮ ਨਹੀਂ ਹੋਵੇਗਾ ਬਿਲਕੁਲ ਵੀ, ਕਿ ਤੁਹਾਨੂੰ ਅਸੀਂ ਭੇਜ ਦਾਂਗੇ, ਬਾਅਦ ਵਿੱਚ ਉਹਨਾਂ ਦੀ ਫਾਈਲ ਰਿਜੈਕਟ ਹੋ ਜਾਵੇਗੀ। ਇਸ ਤਰ੍ਹਾਂ ਪੂਰਾ ਭਰੋਸਾ ਦਿੱਤਾ ਜਾਵੇਗਾ। ਜੇਕਰ ਤੁਹਾਡੀ ਫਾਈਲ ਲੱਗਣ ਵਾਲੀ ਹੋਈ, ਪਾਸ ਹੋਣ ਵਾਲੀ ਹੋਈ, ਫਿਰ ਹੀ ਤੁਹਾਡੀ ਫਾਈਲ ਲਗਾਈ ਜਾਵੇਗੀ। ਅਗਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਤੁਹਾਡੀ 1% ਕੋਈ ਰਿਫਿਊਜ਼ਲ ਹੈਗੀ ਹੈ, ਤਾਂ ਬਿਲਕੁਲ ਸਪਸ਼ਟ ਤੌਰ ਤੇ ਸਿੱਧਾ ਕਲੀਅਰ ਕਰ ਦਿੱਤਾ ਜਾਵੇਗਾ। ਹਾਂਜੀ ਹਾਂਜੀ, ਡੈਫੀਨਿਟਲੀ।
ਸੋ ਅਸੀਂ ਜਾਣਦੇ ਹੀ ਜਾਂਦੇ ਆ ਕਿ ਆਪਣੀ ਸਟ੍ਰੇਟ ਫਾਰਵਰਡ ਜੋ ਕੰਸਲਟਿੰਗ ਹੈ ਸਾਡੀ, ਅਗਰ ਫਾਈਲ ਲੱਗਦੀ ਹੈ ਵੀਜ਼ਾ ਕੱਲ ਨੂੰ ਨਿਕਲੇਗਾ ਤਾਂ ਹੀ ਆਪਾਂ ਤੁਹਾਨੂੰ ਕਮਿਟ ਕਰਦੇ ਆ। ਅਗਰ ਸਾਨੂੰ ਪਤਾ ਹੈ ਕਿ ਪ੍ਰੋਫਾਈਲ ਵੀਕ ਹੈ ਐਂਡ ਕੁਝ ਨਾ ਕੁਝ ਗੜਬੜ ਹੋ ਸਕਦੀ ਹੈ ਤਾਂ ਉਹ ਤੁਹਾਨੂੰ ਪਹਿਲਾਂ ਹੀ ਅਸੀਂ ਦੱਸ ਦਿੰਦੇ ਆ ਵੀ ਭਾਈ ਇੰਨੇ % ਚਾਂਸਸ ਨੇ, ਤਾਂ ਕਿ ਕੱਲ ਨੂੰ ਤੁਹਾਨੂੰ ਮਲਾਲ ਨਾ ਹੋਵੇ। ਜੀ ਬਿਲਕੁਲ। ਤਾਂ ਮੈਮ ਸਮਾਂ ਇਜਾਜ਼ਤ ਨਹੀਂ ਦਿੰਦਾ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਅਸੀਂ ਸਿਰਫ ਇੱਕ ਹੀ ਚੀਜ਼ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਜਦ ਵੀ ਤੁਸੀਂ ਆਪਣੀ ਫਾਈਲ ਪਾਵੋ, ਬਿਕੋਜ਼ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਤੁਹਾਨੂੰ ਜਦ ਵੀ ਕੋਈ ਕੋਰਸ ਅੱਗੇ ਦਿੱਤਾ ਜਾਂਦਾ, ਜੇ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਤਾਂ ਤੁਹਾਨੂੰ ਅੱਛੀ ਐਜੂਕੇਸ਼ਨ ਦੇਣ ਲਈ ਕਿ ਉਹਦੇ ਨਾਲ ਜੌਬ ਕਿਹੜੀ ਵਧੀਆ ਮਿਲੂਗੀ ਤਾਂ ਤੁਹਾਨੂੰ ਉਸ ਤਰੀਕੇ ਨਾਲ ਕੰਸਲਟ ਕੀਤਾ ਜਾਂਦਾ ਹੈ। ਬਟ ਇੱਥੇ ਅਗਰ ਤੁਸੀਂ ਗੱਲ ਕਰੋ ਕੈਨੇਡਾ ਲਈ ਜਾਂ ਕੋਈ ਵੀ ਹੋਰ ਕੰਟਰੀ ਲਈ, ਤੁਹਾਨੂੰ ਇੰਨੀ ਅੱਛੀ ਤਰੀਕੇ ਨਾਲ ਕੋਈ ਕਾਉਂਸਲਿੰਗ ਨਹੀਂ ਦਿੰਦਾ ਜਿਹਦੇ ਨਾਲ ਤੁਹਾਨੂੰ ਅੱਛੀ ਜੌਬ ਪਲੇਸਮੈਂਟਸ ਮਿਲਣ, ਅੱਛੀ ਐਜੂਕੇਸ਼ਨ ਮਿਲੇ ਤਾਂ ਤੁਸੀਂ ਆਪਣੀ ਡ੍ਰੀਮ ਤੇ ਪਹੁੰਚੋ, ਵਿਚ ਇਜ਼ ਇਕੁਇਵਲੈਂਟ ਟੂ PR, ਸੈਟਲਮੈਂਟ ਲੈਣੀ ਹੈ ਤੁਸੀਂ। ਜੇ ਤੁਸੀਂ ਸੈਟਲਮੈਂਟ ਲੈਣੀ ਹੈ ਤਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਆ ਕੇ, ਤੇ ਅਸੀਂ ਖੁਸ਼ੀ-ਖੁਸ਼ੀ ਤੁਹਾਨੂੰ ਕੰਸਲਟ ਕਰਾਂਗੇ, ਓਨੈਸਟ ਕੰਸਲਟਿੰਗ ਦਵਾਂਗੇ। ਜਿੱਥੇ ਸਾਨੂੰ ਲੱਗੂਗਾ ਕਿ ਨਹੀਂ ਇਹ ਚੀਜ਼ ਇਦਾਂ ਹੋਣੀ ਚਾਹੀਦੀ ਹੈ ਤਾਂ ਅਸੀਂ ਅੜਾਂਗੇ ਉਸ ਚੀਜ਼ ਲਈ। ਜੀ ਬਿਲकुल। ਤਾਂ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਸ਼ੁਕਰੀਆ ਜੀ तमाम ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ। ਤਾਂ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।